ਵੈਲਕਮ ਟੂ ਪੰਜਾਬ ਸਟੱਡੀ ਹੱਬ। ਮੈਂ ਤੁਹਾਡਾ ਆਪਣਾ ਰਵੀ ਸਰ। ਅੱਜ ਅਸੀਂ ਗੱਲ ਕਰਾਂਗੇ ਪਾਰਟ ਨੰਬਰ 4। ਇਹਦੇ ਵਿੱਚ ਅਸੀਂ ਗੱਲ ਕਰਾਂਗੇ ਮਾਡਰਨ ਇੰਡੀਆ ਦੇ 35 ਕੁਐਸਚਨ ਅਸੀਂ ਕਰ ਚੁੱਕੇ ਸੀ। ਐਡਵੈਂਟ ਆਫ ਯੂਰੋਪੀਅਨ, ਮਤਲਬ ਜਦੋਂ ਯੂਰੋਪੀਅਨ ਕੰਪਨੀਆਂ ਇੰਡੀਆ ਦੇ ਵਿੱਚ ਆਈਆਂ ਸੀ ਉਸ ਦੇ 35 ਕੁਐਸਚਨ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। 15 ਕੁਐਸਚਨ ਜਿਹੜੇ ਬਚੇ ਨੇ ਹੋਰ ਆਪਾਂ ਉਹਨੂੰ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਤਾਂ ਸੋ ਪਲੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਆਪਣੇ ਫਰੈਂਡ ਨਾਲ ਜ਼ਰੂਰ ਕਰਿਆ ਜੀ। ਠੀਕ ਹੈ ਜੀ। ਆਪਾਂ ਹੁਣ ਨੈਕਸਟ ਆਪਣੇ ਕੁਐਸਚਨ ਵੱਲ ਦੇਖਦੇ ਹਾਂ। ਇਹਦੇ ਵਿੱਚ ਕਹਿੰਦਾ ਪਿਆ ਮੈਚਿੰਗ ਦਾ ਲਿਸਟ, ਦੋ ਲਿਸਟਾਂ ਨੇ ਮੈਚ ਕਰਨ ਨੂੰ ਦਿੱਤੀਆਂ ਹੋਈਆਂ ਨੇ। ਇਹਦੇ ਵਿੱਚ ਵੌਰ ਦੇ ਬਾਰੇ ਡਿਸਕਸ ਕੀਤਾ ਹੋਇਆ। ਵੌਰ ਤੁਹਾਨੂੰ ਪਤਾ ਜੀ, ਸਭ ਤੋਂ ਪਹਿਲਾਂ ਆਈ ਸੀ ਪੁਰਤਗਾਲ, ਉਹਨਾਂ ਨੂੰ ਰਿਪਲੇਸ ਕਰਤਾ ਸੀ ਡੱਚ ਕੰਪਨੀ ਨੇ। ਡੱਚ ਕੰਪਨੀ ਨੂੰ ਰਿਪਲੇਸ ਕੀਤਾ ਸੀਗਾ ਬ੍ਰਿਟਿਸ਼ ਕੰਪਨੀ ਨੇ, ਅਤੇ ਬ੍ਰਿਟਿਸ਼ ਨੇ ਫਿਰ ਫਰਾਂਸ ਵਾਲਿਆਂ ਨੂੰ ਵੀ ਹਰਾਤਾ ਸੀ, ਜਿਹੜੇ ਕਿ ਸਭ ਤੋਂ ਲਾਸਟ ਦੇ ਵਿੱਚ ਆਏ ਸੀ। ਤਾਂ ਇੰਡੀਆ ਦੇ ਵਿੱਚ ਸੁਪੀਰੀਅਰ ਕੰਪਨੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਮੰਨੀ ਗਈ ਹੈ। ਤਾਂ ਜਦੋਂ ਬ੍ਰਿਟਿਸ਼ ਫਰਾਂਸ ਨਾਲ ਲਾਸਟ ਲੜ ਰਿਹਾ ਸੀਗਾ, ਉਸ ਲੜਾਈਆਂ ਨੂੰ ਆਪਾਂ ਕੀ ਕਹਿੰਦੇ ਹਾਂ, ਕਾਰਨੈਟਿਕ ਦੀ ਲੜਾਈਆਂ। ਕਾਰਨੈਟਿਕ ਦੀ ਲੜਾਈਆਂ ਜੋ ਕਿ ਤਮਿਲਨਾਡੂ ਦੇ ਏਰੀਆ ਦੇ ਵਿੱਚ ਲੜੀ ਗਈਆਂ ਸੀ, ਜਿਸ ਕਰਕੇ ਉਹਨਾਂ ਦਾ ਨਾਮ ਕਾਰਨੈਟਿਕ ਵੌਰ ਪੈ ਗਿਆ। ਇਹ ਜਿਹੜੇ ਬ੍ਰਿਟਿਸ਼ ਅਤੇ ਫਰਾਂਸ ਸੀਗਾ, ਇਹ ਕੀ ਕਰਦੇ ਸੀ ਐਕਚੁਅਲ ਦੇ ਵਿੱਚ, ਸਾਰੇ ਦੇਸ਼ਾਂ ਨੂੰ ਕਬਜ਼ਾ ਕੀਤਾ ਹੋਇਆ ਸੀ ਥਾਂ ਥਾਂ ਦੇ ਵਿੱਚ, ਜਿੰਨੇ ਵੀ ਦਵੀਪ ਨੇ। ਅਤੇ ਜਿੱਥੇ ਕਿਤੇ ਵੀ ਲੜਾਈ ਹੁੰਦੀ ਸੀ ਆਪਸ ਦੇ ਵਿੱਚ ਆਮੋ ਸਾਹਮਣੇ ਹੁੰਦੇ ਸੀ, ਅਤੇ ਉਹਦਾ ਇੰਪੈਕਟ ਇੰਡੀਆ ਦੇ ਵਿੱਚ ਇਹ ਪੈਂਦਾ ਸੀ। ਇੰਡੀਆ ਦੇ ਵਿੱਚ ਵੀ ਲੜਾਈ ਸਟਾਰਟ ਕਰ ਦਿੰਦੇ ਸੀਗੇ। ਅਤੇ ਇੰਡੀਆ ਦੀ ਲੜਾਈਆਂ ਜਿਹੜੀਆਂ ਨੇ ਉਹ ਕਾਰਨੈਟਿਕ ਵੌਰ ਦੇ ਨਾਮ ਤੋਂ ਹੀ ਫੇਮਸ ਹੈਗੀਆਂ ਨੇ। ਇਸ ਕਾਰਨੈਟਿਕ ਵੌਰ ਦੇ ਵਿੱਚ ਫਰਾਂਸ ਨੂੰ ਹਰਾ ਕੇ ਇੰਡੀਆ ਦੇ ਵਿੱਚ ਸੁਪੀਰੀਅਰ ਕੰਪਨੀ ਬਣ ਜੂਗੀ, ਅਤੇ ਪ੍ਰੋਪਰ ਕਹਿੰਦੇ ਨੇ ਮੋਨੋਪੋਲੀ ਕਰ ਲੂਗੀ, ਏਕਾਧਿਕਾਰ ਜਿਹੜਾ ਹੈ ਟਰੇਡ ਦੇ ਉੱਪਰ, ਇੰਡੀਆ ਦੀ ਪੋਲੀਟਿਕਸ ਦੇ ਉੱਪਰ ਕਰਨ ਦੀ ਸਟਾਰਟਿੰਗ ਜਿਹੜੀ ਹੈ ਉਹ ਕਾਰਨੈਟਿਕ ਵੌਰ ਤੋਂ ਹੀ ਪੈਂਦੀਆਂ ਨੇ। ਠੀਕ ਹੈ ਜੀ। ਤਾਂ ਹੁਣ ਇਹਦੇ ਵਿੱਚ ਕੁਛ ਕਾਰਨੈਟਿਕ ਵੌਰ ਦਿੱਤੀਆਂ ਹੋਈਆਂ ਨੇ। ਇਹਦੇ ਵਿੱਚ ਦੇਖੋ ਆਪਸ਼ਨ ਦੇ ਵਿੱਚ ਕਾਰਨੈਟਿਕ ਵੌਰ 3 ਇੱਥੇ ਦਿੱਤੀਆਂ ਨੇ। ਇੱਕ ਲੜਾਈ ਜਿਹੜੀ ਹੈ ਉਹ ਉੱਪਰ ਦਿੱਤੀ ਹੋਈ ਹੈ। ਉਹ ਬੈਟਲ ਹੈਗੀ ਆਪਣੇ ਕੋਲ ਕਿਹੜੀ, ਉਹ ਬੈਟਲ ਹੈਗੀ ਆ ਮੈਸੂਰ ਵੌਰ। ਤਾਂ ਇਹ ਸਾਰੀਆਂ ਨਾਲ ਦਿੱਤੀਆਂ ਹੋਈਆਂ ਨੇ। ਆਪਾਂ ਤੁਹਾਨੂੰ ਦੱਸ ਦਈਏ ਇਹਦੇ ਨਾਲ ਹੀ ਸਾਰੀਆਂ ਆ ਬੈਟਲ ਜਿਹੜੀਆਂ ਨੇ ਇਹਨੂੰ ਮੈਚ ਕਰ ਲਓ। ਦੇਖੋ ਉਹਦੇ ਵਿੱਚ ਸਿੰਪਲ ਆਨਸਰ ਦੱਸਣਾ ਸੀ ਤੁਹਾਨੂੰ, ਤਾਂ ਮੈਂ ਇੱਥੇ ਦੱਸ ਰਿਹਾ ਤੁਹਾਨੂੰ। ਜਿਹੜੀ ਪਹਿਲੀ ਕਾਰਨੈਟਿਕ ਵੌਰ ਹੈ ਇਸ ਨੂੰ ਆਪਾਂ ਕਹਿੰਦੇ ਹਾਂ ਬੈਟਲ ਆਫ ਸਕਸੈਸ਼ਨ। ਆਸਟਰੀਆ ਇੱਕ ਦੇਸ਼ ਹੈ ਜੀ, ਉੱਥੇ ਕੀ ਚੱਲ ਰਿਹਾ ਸੀਗਾ, ਉੱਤਰਾਧਿਕਾਰ ਦੀ ਲੜਾਈ ਚੱਲ ਰਹੀ ਸੀ। ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਬੈਟਲ ਆਫ ਜਿਹੜਾ ਆਸਟਰੀਅਨ ਸਕਸੈਸ਼ਨ। ਇਹ ਉੱਤਰਾਧਿਕਾਰ ਦੀ ਲੜਾਈ ਆਸਟਰੀਆ ਦੇ ਵਿੱਚ ਚੱਲ ਰਹੀ ਸੀ। ਉਸ ਲੜਾਈ ਨੂੰ ਇੰਡੀਆ ਦੇ ਵਿੱਚ ਵੀ ਫਸਟ ਵਾਰ ਨਾਲ ਜਾਣਿਆ ਜਾਂਦਾ ਹੈ। ਇੰਡੀਆ ਦੇ ਵਿੱਚ ਫਸਟ ਵਾਰ ਨਾਲ ਜਾਣਿਆ ਜਾਂਦਾ ਹੈ, ਇਹ ਤੁਸੀਂ ਯਾਦ ਰੱਖਣਾ। ਇਸ ਲੜਾਈ ਨੂੰ ਜਿਹੜਾ ਸ਼ਾਂਤੀ ਜਿਹੜਾ ਹੈ ਵੀ ਸਮਝੌਤਾ ਹੁੰਦਾ, ਉਸ ਟਰੀਟੀ ਨੂੰ ਆਪਾਂ ਕਹਿੰਦੇ ਹਾਂ ਟਰੀਟੀ ਆਫ ਐਕਸਲਾ-ਚੈਪਲੇ। ਇਹ ਆਸਟਰੀਆ ਦਾ ਇੱਕ ਸ਼ਹਿਰ ਸੀਗਾ, ਉੱਥੇ ਟਰੀਟੀ ਆਫ ਹੋਈ ਸੀ, ਜਿਸ ਕਰਕੇ ਇੰਡੀਆ ਦੇ ਵਿੱਚ ਵੀ ਇਹ ਲੜਾਈ ਬੰਦ ਹੋ ਗਈ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣੀ ਹੈ। ਉਸ ਤੋਂ ਬਾਅਦ ਆਉਂਦਾ ਜੀ ਇੰਡੀਆ ਦੇ ਵਿੱਚ ਜਿਹੜੀ ਸੈਕਿੰਡ ਬੈਟਲ ਸੀ ਕਾਰਨੈਟਿਕ ਵੌਰ। ਕਾਰਨੈਟਿਕ ਵੌਰ ਦੇ ਵਿੱਚ ਕੀ ਸੀਗਾ ਜੀ, ਡੁਪਲੇਸੀਸ ਜਿਹੜਾ ਸੀ ਵਿੱਚੇ ਲੜਾਈ ਦੇ ਵਿੱਚ ਵਾਪਸ ਬੁਲਾ ਲਿੱਤਾ ਜਾਂਦਾ। ਇਹ ਡੁਪਲੇਸੀ ਇੱਕ ਕੀ ਸੀਗਾ, ਬੜਾ ਫੇਮਸ ਗਵਰਨਰ ਸੀਗਾ ਆਪਣਾ ਫਰਾਂਸ ਦਾ। ਠੀਕ ਹੈ ਜੀ, ਬਹੁਤ ਹੀ ਇੱਕ ਅੱਛੀ ਲੀਡਰਸ਼ਿਪ ਸੀ। ਅਤੇ ਕਹਿੰਦੇ ਵੀ ਇੱਕ ਟਾਈਮ ਇਹਨਾਂ ਨੇ ਜਿਹੜਾ ਮਦਰਾਸ ਜਿਹੜਾ ਸੀ ਇਹ ਕਬਜ਼ਾ ਕਰ ਲਿਆ ਸੀਗਾ ਬ੍ਰਿਟਿਸ਼ ਦਾ ਜਿਹੜਾ ਚੇਨਈ ਸ਼ਹਿਰ ਹੈ, ਅਤੇ ਉਹਦੇ ਨਾਲ ਹੀ ਜਿਹੜਾ ਪੌਂਡੀਚੇਰੀ ਹੁੰਦਾ ਸੀ, ਉੱਥੇ ਫਰੈਂਚ ਹੁੰਦੇ ਸੀਗੇ। ਠੀਕ ਹੈ ਜੀ। ਅਤੇ ਫਰੈਂਚ ਨੂੰ ਲੀਡ ਕਰ ਰਹੇ ਸੀ ਡੁਪਲੇਸੀ ਅਤੇ ਮਦਰਾਸ। ਇਸ ਲੜਾਈ ਦੇ ਵਿੱਚ ਇਸ ਤਰ੍ਹਾਂ ਕੀ ਹੈ, ਇਹ ਸੈਕਿੰਡ ਬੈਟਲ ਤਾਂ ਇੱਕ ਮੰਨੀ ਤਾਂ ਇਨਕਨਕਲੂਸਿਵ ਜਾਂਦੀ ਹੈ, ਪਰ ਜਿਹੜਾ ਐਜ ਹੈ, ਜਿਹੜਾ ਜਿੱਤਣ ਦਾ ਜਿਹੜਾ ਮਾੜਾ ਮੋਟਾ ਐਜ ਕਿਹਾ ਜਾਵੇ ਤਾਂ ਹੋ ਜਾਂਦਾ ਸੀਗਾ ਫਰਾਂਸ ਨੂੰ। ਠੀਕ ਹੈ ਜੀ। ਤਾਂ ਸੈਕਿੰਡ ਜਿਹੜੀ ਬੈਟਲ ਸੀ ਇਹ ਇਨਕਨਕਲੂਸਿਵ ਵਾਰ ਸੀ, ਇਹਦੇ ਵਿੱਚ ਕੋਈ ਰਿਜ਼ਲਟ ਨਹੀਂ ਨਿਕਲਿਆ, ਪਰ ਜਿਹੜੇ ਜਿੱਤੇ ਹੋਏ ਏਰੀਏ ਸੀ ਇੱਕ ਦੂਜੇ ਨੂੰ ਵਾਪਸ ਕੀਤੇ ਗਏ। ਠੀਕ ਹੈ ਜੀ। ਅਤੇ ਥਰਡ ਜਿਹੜੀ ਬੈਟਲ ਸੀ ਇਹਨੂੰ ਬੈਟਲ ਆਫ ਵੰਡੀ ਵਾਸ਼ ਕਹਿੰਦੇ ਹਾਂ। ਬੈਟਲ ਆਫ ਵੰਡੀ ਵਾਸ਼ ਦਾ ਮਤਲਬ ਇਹ ਹੈ ਜੀ, ਵੰਡੀ ਨਾਮ ਥਾਂ 'ਤੇ ਹੋਏ ਸੀ ਇਹ ਲੜਾਈ ਤਮਿਲਨਾਡੂ ਦੇ ਵਿੱਚ, ਜਿਹਦੇ ਵਿੱਚ ਫਰਾਂਸ ਨੂੰ ਟੋਟਲੀ ਹਰਾ ਦਿੱਤਾ ਗਿਆ ਸੀਗਾ ਆਪਣੇ ਬ੍ਰਿਟਿਸ਼ ਵੱਲੋਂ, ਵਾਸ਼ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਯਾਦ ਕਰ ਸਕਦੇ ਹੋ ਇਸ ਲੜਾਈ ਦੇ ਵਿੱਚ। ਤਾਂ ਇਹ ਲੜਾਈ ਜਿਹੜੀ ਹੈ ਖ਼ਤਮ ਹੁੰਦੀ ਹੈ ਟਰੀਟੀ ਆਫ ਪੈਰਿਸ ਦੇ ਨਾਲ। ਟਰੀਟੀ ਆਫ ਪੈਰਿਸ ਦੇ ਵਿੱਚ ਕੀ ਹੁੰਦਾ ਜੀ, ਪੌਂਡੀਚੇਰੀ ਸ਼ਹਿਰ ਜਿਹੜਾ ਹੈ ਉਹ ਕਬਜ਼ਾ ਜਿਹੜਾ ਕੀਤਾ ਸੀ ਬ੍ਰਿਟਿਸ਼ ਨੇ, ਉਸ ਨੂੰ ਵਾਪਸ ਦੇ ਦਿੱਤਾ ਜਾਂਦਾ ਫਰਾਂਸ ਨੂੰ, ਅਤੇ ਸਿਰਫ ਇੱਕ ਟਰੇਡ ਤੱਕ ਹੀ ਸੀਮਤ ਰੱਖਿਆ ਜਾਂਦਾ। ਠੀਕ ਹੈ ਜੀ। ਅਤੇ ਇੰਡੀਆ ਦੇ ਵਿੱਚ ਸੁਪਰ ਕੰਪਨੀ ਬਣ ਜਾਂਦੀ ਹੈ ਜਿੱਤ ਕੇ। ਠੀਕ ਹੈ ਜੀ, ਥਰਡ ਲੜਾਈ। ਉਸ ਤੋਂ ਬਾਅਦ ਮੈਸੂਰ ਜਿਹੜਾ ਹੁੰਦਾ ਕਰਨਾਟਕ ਦੇ ਵਿੱਚ, ਮੈਸੂਰ ਸਟੇਟ ਹੈ ਜਿਹੜਾ, ਜਿਹਦੇ 'ਚ ਹੈਦਰ ਅਲੀ ਅਤੇ ਟੀਪੂ ਸੁਲਤਾਨ ਆਪਾਂ ਪੜ੍ਹਦੇ ਹੁੰਦੇ ਹਾਂ। ਹੈਦਰ ਦੇ ਨਾਲ ਪਹਿਲੀ ਲੜਾਈ ਲੜੀ ਸੀ ਬ੍ਰਿਟਿਸ਼ ਗੌਰਮੈਂਟ ਨੇ, ਤਾਂ ਬ੍ਰਿਟਿਸ਼ ਕੰਪਨੀ ਨੇ। ਤਾਂ ਉਹ ਲੜਾਈ ਜਿਹੜੀ ਹੈ ਟੀਪੂ ਸੁਲਤਾਨ ਨੇ ਮਤਲਬ ਹੈਦਰ ਅਲੀ ਨੇ ਬ੍ਰਿਟਿਸ਼ ਨੂੰ ਹਰਾ ਦਿੱਤੀ ਸੀ। ਠੀਕ ਹੈ ਜੀ। ਇਸ ਤੋਂ ਸੈਕਿੰਡ ਲੜਾਈ ਜਿਹੜੀ ਹੋਊਗੀ ਉਸ ਦੇ ਵਿੱਚ ਮੈਸੂਰ ਦੇ ਨਾਲ 4 ਲੜਾਈਆਂ ਹੁੰਦੀਆਂ ਨੇ। ਠੀਕ ਹੈ। ਪਹਿਲੀ ਲੜਾਈ ਬ੍ਰਿਟਿਸ਼ ਹਾਰ ਜਾਂਦੇ ਨੇ। ਸੈਕਿੰਡ ਜਿਹੜੀ ਵਾਰ ਸੀ ਇਹਦੇ ਵਿੱਚ ਹੈਦਰ ਅਲੀ ਮਾਰਿਆ ਜਾਂਦਾ, ਇਨਕਨਕਲੂਸਿਵ ਵਾਰ ਮੰਨੀ ਜਾਂਦੀ ਹੈ। ਉਹ ਆਪਾਂ ਨੈਕਸਟ ਦੇ ਵਿੱਚ ਵੇਖਾਂਗੇ। ਤਾਂ ਆਈ ਹੋਪ ਕਿ ਤੁਹਾਨੂੰ ਕਰਨਾਟਿਕ ਵਾਰ ਵਾਲਾ ਕੁਐਸਚਨ ਕਲੀਅਰ ਹੋ ਗਿਆ।
ਆਪਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਦੇਖੋ ਮੈਂ ਹੁਣੇ ਦੱਸਿਆ ਸੀਗਾ ਜਿਹੜੀ ਪਹਿਲੀ ਲੜਾਈ ਸੀ ਵਿਦ ਦੀ ਰੈਫਰੈਂਸ ਆਫ ਦਾ ਟਰੀਟੀ ਆਫ ਐਕਸਲਾ ਚੈਪਲੇ ਟਰੀਟੀ, ਜਿਹੜੀ 1748 ਦੇ ਵਿੱਚ ਕਾਰਨੈਟਿਕ ਵਾਰ ਦੀ ਪਹਿਲੀ ਲੜਾਈ ਦੇ ਬਾਅਦ ਜਿਹੜਾ ਸਮਝੌਤਾ ਹੁੰਦਾ ਉਹਨੂੰ ਐਕਸਲੇ ਚੈਪਲੇ ਟਰੀਟੀ ਕਹਿੰਦੇ ਆ। ਉਸ ਟਰੀਟੀ ਦੇ ਵਿੱਚ ਕੀ ਹੋਇਆ ਸੀਗਾ, ਤਾਂ ਉਹ ਕਾਰਨੈਟਿਕ ਵਾਰ ਉਹਦੇ ਨਾਲ ਕੀ ਖਤਮ ਹੋ ਗਈ ਸੀ। ਹਾਂਜੀ, ਕਾਰਨੈਟਿਕ ਵਾਰ, ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਸਟੇਟਮੈਂਟ ਪੁੱਛੀ ਗਈ ਉਹ ਸਹੀ ਹੈ ਜਾਂ ਗਲਤ। ਤਾਂ ਜਿਹੜੀ ਐਕਸਲਾ ਚੈਪਲੇ ਟਰੀਟੀ ਦੇ ਨਾਲ ਕੀ ਹੋਇਆ ਸੀ, ਕਾਰਨੈਟਿਕ ਵਾਰ ਜਿਹੜੀ ਸੀ ਬ੍ਰਿਟਿਸ਼ ਅਤੇ ਫਰਾਂਸ ਆਪਸ ਦੇ ਵਿੱਚ ਲੜ ਰਹੇ ਸੀ, ਇਹ ਖਤਮ ਹੋ ਗਈ ਸੀ। ਉਸ ਤੋਂ ਬਾਅਦ ਜਿਹੜੇ ਇੰਗਲਿਸ਼ ਜੀ ਸੀਗੇ ਇਹਨਾਂ ਦਾ ਕਬਜ਼ਾ ਸੀਗਾ ਕਿੱਥੇ, ਮਦਰਾਸ ਦੇ ਉੱਪਰ। ਤਾਂ ਮਦਰਾਸ ਦੇ ਕਬਜ਼ਾ ਕਰ ਲਿਆ ਸੀ ਫਰਾਂਸ ਵਾਲਿਆਂ ਨੇ, ਅਤੇ ਫਰਾਂਸ ਨੇ ਉਹ ਜਿਹੜਾ ਹੈ ਵਾਪਸ ਦੇ ਦਿੱਤਾ ਸੀ ਉਹ ਥਾਂ। ਠੀਕ ਹੈ ਜੀ, ਤਾਂ ਇਹ ਜਿਹੜੀ ਸਟੇਟਮੈਂਟ ਹੈ ਇਹ ਬਿਲਕੁਲ ਸਹੀ ਹੈ। ਦੋਨੇ ਸਟੇਟਮੈਂਟਾਂ ਯਾਦ ਰੱਖਣੀਆਂ ਨੇ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਇਸ ਟਾਈਮ 'ਤੇ ਡੁਪਲੇਸੀ ਹੁੰਦਾ ਸੀਗਾ। ਠੀਕ ਹੈ ਜੀ, ਉਸ ਤੋਂ ਬਾਅਦ ਦੇਖੋ ਨੈਕਸਟ ਕੁਐਸਚਨ ਕਹਿੰਦਾ ਵਾ ਹੂ ਅਮੰਗ ਦਾ ਫੋਲੋਇੰਗ ਵਾਜ਼ ਦਾ ਫਸਟ ਯੂਰੋਪੀਅਨ ਟੂ ਇਨੀਸ਼ੀਏਟ ਦਾ ਪੋਲਿਸੀ ਆਫ ਟੇਕਿੰਗ ਪਾਰਟ ਇਨ ਦੀ ਕੁਐਰਲ ਹੁੰਦਾ ਝਗੜਾ। ਉਹ ਕਹਿੰਦੇ ਕਿਹੜੇ ਯੂਰੋਪੀਅਨ ਸੀ ਜਿਨ੍ਹਾਂ ਨੇ ਇਹ ਜਿਹੜੇ ਦੇਸੀ ਪ੍ਰਿੰਸਿਸ ਹੁੰਦੇ ਸੀ, ਇੰਡੀਆ ਦੇ ਜਿਹੜੇ ਦੇਸੀ ਰਾਜੇ ਹੁੰਦੇ ਸੀ, ਉਹਨਾਂ ਦੇ ਝਗੜਿਆਂ ਦੇ ਵਿੱਚ ਇੰਟਰਫੇਅਰ ਕਰਨਾ ਸਟਾਰਟ ਕਰਤਾ ਸੀ। ਉਹ ਕਿਹੜੇ ਯੂਰੋਪੀਅਨ ਸੀਗੇ, ਤਾਂ ਉਹਦਾ ਸ਼੍ਰੇਅ ਜੀ ਜਾਂਦਾ ਇੰਡੀਆ ਦੇ ਵਿੱਚ ਡੁਪਲੇਸੀ ਨੂੰ। ਇੰਡੀਆ ਦੇ ਵਿੱਚ ਡੁਪਲੇਸੀ ਐਸਾ ਗਵਰਨਰ ਸੀਗਾ, ਡੁਪਲੇਸੀ ਫਰਾਂਸ ਦਾ ਗਵਰਨਰ ਸੀਗਾ, ਜਿਹਨੇ ਕੀ ਕੀਤਾ ਸੀਗਾ ਜੀ, ਇਹਨਾਂ ਦੇ ਆਪਣੇ ਝਗੜੇ ਜਿਹੜੇ ਹੁੰਦੇ ਨੇ, ਕੁਆਰਲਸ ਜਿਹੜੇ ਹੁੰਦੇ ਨੇ, ਦੇਸੀ ਰਾਜਿਆਂ ਦੇ ਝਗੜਿਆਂ ਦੇ ਵਿੱਚ ਇੱਕ ਪਾਸੇ ਹੋ ਕੇ ਆਪਣੀ ਸੈਨਾ ਨੂੰ ਦੇਣਾ ਅਤੇ ਉਸ ਤੋਂ ਬਾਅਦ ਉਸ ਰਾਜੇ ਨੂੰ ਹਰਾ ਕੇ ਅਤੇ ਦੂਜੇ ਰਾਜੇ ਨੂੰ ਵੀ ਹਰਾ ਦੇਣਾ। ਇਸ ਤਰ੍ਹਾਂ ਇਹਨਾਂ ਨੇ ਨੀਤੀ ਅਪਣਾਈ ਸੀ। ਅਤੇ ਡੁਪਲੇਸੀ ਨੇ ਇਸ ਕਰਕੇ ਹੀ ਕਾਰਨੈਟਿਕ ਵਾਰ ਜਿਹੜੀ ਹੈ ਪਹਿਲੀ ਜਿੱਤ ਲਈ ਸੀ। ਅਤੇ ਡੁਪਲੇਸੀ ਦੀ ਸਮਝਦਾਰੀ ਵੇਖਦੇ ਹੋਏ ਬ੍ਰਿਟਿਸ਼ ਡਰ ਗਏ ਸੀ, ਜਿਸ ਕਰਕੇ ਉਹ ਡੁਪਲੇਸੀ ਨੂੰ ਵਾਪਸ ਕਹਿੰਦੇ ਸੈਕਿੰਡ ਲੜਾਈ ਦੇ ਵਿੱਚ ਬੁਲਾ ਲਿਆ ਗਿਆ ਸੀਗਾ ਅਤੇ ਫਰਾਂਸ ਤੋਂ ਉਸ ਤੋਂ ਬਾਅਦ ਹਾਰਨੇ ਸਟਾਰਟ ਹੋ ਗਏ ਸੀਗੇ। ਤਾਂ ਡੁਪਲੇਸੀ ਬਹੁਤ ਹੀ ਇੱਕ ਅੱਛਾ ਲੀਡਰਸ਼ਿਪ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣੀ ਹੈ। ਡੁਪਲੇਸੀ ਗਵਰਨਰ ਸੀਗਾ ਕਿਹਦਾ ਜੀ, ਫਰਾਂਸ ਕੰਪਨੀ ਦਾ। ਉਸ ਤੋਂ ਬਾਅਦ ਆਉਂਦਾ ਹੈ ਜੀ ਇੰਡੀਆ ਦੇ ਵਿੱਚ ਇਨ ਇੰਡੀਆ ਅਮੰਗ ਦਾ ਫੋਲੋਇੰਗ ਲੋਕੇਸ਼ਨਸ ਦੀ ਫਰੈਂਚ ਇਸਟੈਬਲਿਸ਼ ਦੇਅਰ ਅਰਲੀਐਸਟ ਫੈਕਟਰੀ। ਦੇਖੋ ਫਰਾਂਸ ਸਭ ਤੋਂ ਲਾਸਟ ਦੇ ਵਿੱਚ ਆਇਆ ਤਾਂ ਇਹਨਾਂ ਦੀ ਫੈਕਟਰੀ ਕਿੱਥੇ ਹੋਣੀ ਹੈ, ਤਾਂ ਇਹਦੀ ਫੈਕਟਰੀ ਸਭ ਤੋਂ ਪਹਿਲਾਂ ਜੀ ਸੂਰਤ ਦੇ ਵਿੱਚ ਹੋਈ ਸੀ। ਠੀਕ ਹੈ ਜੀ, ਸੂਰਤ ਦੇ ਵਿੱਚ ਇਹਨਾਂ ਨੇ ਫਰਾਂਸ ਵਾਲਿਆਂ ਨੇ ਸਭ ਤੋਂ ਪਹਿਲਾਂ ਫੈਕਟਰੀ ਲਗਾਈ ਸੀ। ਇਹ ਤੁਸੀਂ ਯਾਦ ਰੱਖਣਾ ਹੈ। ਹੁਣ ਇਹਦੇ ਬਾਰੇ ਕੋਈ ਡਿਟੇਲ ਹੈ ਤਾਂ ਮੈਂ ਤੁਹਾਨੂੰ ਦੱਸ ਦੇਣਾ, ਕਿਉਂਕਿ ਰੀਜ਼ਨ ਇਹ ਸੀਗਾ, ਦੇਖੋ ਇਹ ਕੁਐਸਚਨ ਪੇਪਰ ਦੇ ਵਿੱਚ ਆ ਜਾਂਦਾ ਹੈ ਕਿ ਲੂਈਸ 14 ਨਾਮ ਦਾ ਇੱਕ ਗਵਰਨਰ ਸੀਗਾ, ਰਾਜਾ ਹੁੰਦਾ ਸੀ ਫਰਾਂਸ ਦੇ ਵਿੱਚ। ਉਹਦਾ ਇੱਕ ਮਿਨਿਸਟਰ ਹੁੰਦਾ ਸੀ ਫਾਈਨੈਂਸ ਮਿਨਿਸਟਰ ਕੋਲਬਰਟ ਨੇ ਹੀ ਫਰਾਂਸ ਕੰਪਨੀ ਜਿਹੜੀ ਈਸਟਰਨ ਕੰਪਨੀ ਆ ਉਹ ਬਣਾਈ ਸੀ ਇੰਡੀਆ ਦੇ ਨਾਲ ਟਰੇਡ ਕਰਨ ਵਾਸਤੇ। ਠੀਕ ਹੈ, ਉਸ ਕੰਪਨੀ ਦਾ ਨਾਮ ਆ ਰੱਖਿਆ ਹੋਇਆ, ਇਹ ਫਰਾਂਸ ਦੇ ਵਿੱਚ ਹੈ। ਅਤੇ 1664 ਦੇ ਵਿੱਚ ਇਹ ਕੰਪਨੀ ਬਣਾਈ ਗਈ ਸੀ, ਜਿਸ ਕਰਕੇ ਅਤੇ ਇਸ ਕੰਪਨੀ ਨੂੰ ਜਿਹੜਾ ਇਹਨਾਂ ਦਾ ਪਹਿਲਾ ਜਿਹੜਾ ਸੈਂਟਰ ਬਣਾਇਆ ਜਾਂਦਾ ਹੈ ਉਹ ਫਰਾਂਸ ਕੰਪਨੀ ਦਾ, ਉਹ ਸੂਰਤ ਦੇ ਵਿੱਚ 1668 ਜਿਹੜੀ ਹੈ 1668 ਦੇ ਵਿੱਚ ਪਹਿਲੀ ਫੈਕਟਰੀ ਇਸਟੈਬਲਿਸ਼ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਇਹਨਾਂ ਨੇ ਸੈਕਿੰਡ ਫੈਕਟਰੀ ਜਿਹੜੀ ਹੈ ਮਸੂਲੀਪਟਨਮ, ਜਿਹੜਾ ਕਿ ਪੈਂਦਾ ਤੁਹਾਡਾ ਆਂਧਰ ਪ੍ਰਦੇਸ਼ ਦੇ ਵਿੱਚ, ਉੱਥੇ ਇਸਟੈਬਲਿਸ਼ ਕਰਦੇ ਨੇ ਈਸਟ ਵਾਲੇ ਕੋਸਟ ਦੇ ਉੱਪਰ। ਠੀਕ ਹੈ, ਈਸਟ ਵਾਲੇ ਕੋਸਟ ਦੇ ਉੱਪਰ। ਅਤੇ ਉਸ ਤੋਂ ਬਾਅਦ ਇਹਨਾਂ ਨੇ ਗੋਲਕੁੰਡਾ ਦੇ ਸੁਲਤਾਨ ਤੋਂ ਮਤਲਬ ਚਾਰਟਰ ਸਾਈਨ ਕਰਕੇ ਇਹ ਮਤਲਬ ਇਸਟੈਬਲਿਸ਼ ਕੀਤੀ ਸੀ ਫੈਕਟਰੀ। ਠੀਕ ਹੈ ਜੀ, ਆਪਣਾ ਆਨਸਰ ਇੱਥੋਂ ਕਲੀਅਰ ਹੋ ਗਿਆ, ਇਹ ਤੁਸੀਂ ਯਾਦ ਰੱਖਣਾ। ਦੇਖੋ ਕਹਿੰਦੇ ਫਰਾਂਸ ਈਸਟ ਇੰਡੀਆ ਕੰਪਨੀ ਜਿਹੜੀ ਸੀ ਇਹ ਕੌਂਸਟੀਟਿਊਟ ਡਿਊਰਿੰਗ ਦੀ ਰਾਈਨ ਹੁੰਦਾ ਕਿਹਦੇ ਰਾਜ ਦੇ ਵਿੱਚ ਬਣੀ ਸੀ, ਕਿਹੜਾ ਰਾਜਾ ਸੀ ਉਸ ਟਾਈਮ ਦੇ ਵਿੱਚ। ਅਤੇ ਯਾਦ ਰੱਖਣਾ ਜੀ ਲੂਈਸ 14 ਨਾਮ ਦਾ ਜਿਹੜਾ ਰਾਜਾ ਸੀਗਾ, ਜਿਹਨੂੰ ਬਾਅਦ ਦੇ ਵਿੱਚ ਫਾਂਸੀ ਲਗਾ ਕੇ ਮਾਰਿਆ ਜਾਂਦਾ ਹੈ, ਕਿਉਂਕਿ ਫਰਾਂਸ ਦੀ ਰੈਵੋਲੂਸ਼ਨ ਹੋ ਗਈ ਸੀ ਉਸ ਟਾਈਮ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਤੇ ਇਹਦਾ ਮਿਨਿਸਟਰ ਸੀਗਾ ਫਾਈਨੈਂਸ ਮਿਨਿਸਟਰ ਕੋਲਬਰਟ, ਜਿਹਨੇ ਉਹ ਕੰਪਨੀ ਬਣਾਈ ਸੀ। ਠੀਕ ਹੈ ਜੀ, ਇੰਡੀਆ ਦੇ ਵਿੱਚ ਵਪਾਰ ਕਰਨ ਵਾਸਤੇ। ਉਸ ਤੋਂ ਬਾਅਦ ਆਉਂਦਾ ਹੈ ਮੇਨ ਕੁਐਸਚਨ, ਹੂ ਅਮੰਗ ਦਾ ਫੋਲੋਇੰਗ ਕੰਸੀਡਰਡ ਦਾ ਫਾਊਂਡਰ ਆਫ ਦਾ ਫਰੈਂਚ ਕੰਪਨੀ ਇਨ ਇੰਡੀਆ। ਫਾਊਂਡਰ ਪੁੱਛ ਲਿਆ ਉਹਨਾਂ ਨੇ ਵੀ, ਕੰਪਨੀ ਦਾ ਫਾਊਂਡਰ ਕੌਣ ਸੀ, ਤਾਂ ਮੈਂ ਹੁਣੇ ਦੱਸਿਆ ਫਾਈਨੈਂਸ ਮਿਨਿਸਟਰ ਕੋਲਬਰਟ ਜਿਹੜਾ ਇਹਦਾ ਮਿਨਿਸਟਰ ਸੀਗਾ। ਇਸ ਦੇ ਬਾਰੇ ਹੁਣੇ ਆਪਾਂ ਪੜ੍ਹ ਚੁੱਕੇ ਹਾਂ। ਉਸ ਤੋਂ ਬਾਅਦ ਵਿਚ ਆਫ ਦਾ ਫੋਲੋਇੰਗ ਫੈਕਟਰੀ ਇਨ ਦਾ ਬੰਗਾਲ ਵਾਜ ਇਸਟੈਬਲਿਸ਼ ਬਾਈ ਦੀ ਡੱਚ। ਦੇਖੋ ਡੱਚ ਇੰਡੀਆ ਦੇ ਵਿੱਚ ਪੁਰਤਗਾਲ ਤੋਂ ਬਾਅਦ ਕੌਣ ਆਏ ਸੀ, ਡੱਚ। ਅਤੇ ਡੱਚ ਦੀ ਕਿਹੜੀ ਫੈਕਟਰੀਆਂ ਸੀ ਬੰਗਾਲ ਦੇ ਵਿੱਚ। ਬੰਗਾਲ ਦੇ ਵਿੱਚ ਇਹਨਾਂ ਦੀ ਮੇਨ ਫੈਕਟਰੀ ਦੇਖੋ ਜੀ ਹੁਗਲੀ ਸੀ। ਹੁਗਲੀ ਦੇ ਵਿੱਚ ਹੈਗਾ ਚਿੰਨਾਸੁਰ ਜਿਹੜਾ ਹੈ ਉਹ ਹੁਗਲੀ ਦੇ ਵਿੱਚ ਹੈ। ਪਹਿਲਾਂ ਚਿੰਨਾਸੁਰ ਹੁੰਦੀ ਹੈ ਫੈਕਟਰੀ ਛੋਟੀ ਜੀ, ਬਾਅਦ ਦੇ ਵਿੱਚ ਹੁਗਲੀ ਇਹਦਾ ਮੇਨ ਸੈਂਟਰ ਬਣ ਜਾਂਦਾ। ਹੁਗਲੀ ਬਾਅਦ ਦੇ ਵਿੱਚ ਅੱਗੇ ਚੱਲ ਕੇ ਕੋਲਕਾਤਾ ਬਣੇਗਾ। ਕੋਲਕਾਤਾ ਜਿਹੜਾ ਅੱਗੇ ਚੱਲ ਕੇ ਬ੍ਰਿਟਿਸ਼ ਦੀ ਮੇਨ ਕੰਪਨੀ ਬਣ ਜਾਏਗਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਤੇ ਦੋਨੇ ਆਪਸ਼ਨ 'ਚ ਦਿੱਤੇ ਹੋਣ ਤਾਂ ਦੋਨੇ, ਜੇ ਹੁਗਲੀ ਨਾ ਦਿੱਤਾ ਹੋਵੇ ਚਿੰਨਾਸੁਰ ਹੋਵੇ ਤਾਂ ਆਨਸਰ ਚਿੰਨਾਸੁਰ ਹੋਏਗਾ। ਅਗਰ ਚਿੰਨਾਸੁਰ ਨਾ ਦਿੱਤਾ ਹੋਇਆ ਹੁਗਲੀ ਦਿੱਤਾ ਹੋਇਆ ਆਪਸ਼ਨ ਤਾਂ ਹੁਗਲੀ ਹੋਏਗਾ। ਅਗਰ ਦੋਨੋਂ ਦਿੱਤੇ ਨੇ ਤਾਂ ਦੋਨੇ ਆਨਸਰ ਨੇ, ਅਤੇ ਇਹ ਤੁਸੀਂ ਯਾਦ ਰੱਖਣਾ। ਅਤੇ ਬ੍ਰਿਟਿਸ਼ ਨੇ ਸਭ ਤੋਂ ਪਹਿਲਾਂ ਜਿਹੜੀ ਫੈਕਟਰੀ, ਵੈਸੇ ਲਿਖਿਆ ਹੋਇਆ ਜਿਹੜਾ ਤੁਸੀਂ ਉਹ ਵੀ ਪੜ੍ਹ ਲਓ, ਬੰਗਾਲ ਦੇ ਵਿੱਚ ਇੱਕ ਪਿਪਲੀ ਨਾਮ ਦਾ ਪਿੰਡ ਸੀਗਾ,
ਉੱਥੇ ਇਹਨਾਂ ਨੇ 1627 ਦੇ ਵਿੱਚ ਫੈਕਟਰੀ ਸਟੈਬਲਿਸ਼ ਕੀਤੀ ਸੀ। ਬਾਅਦ ਦੇ ਵਿੱਚ ਉਸ ਤੋਂ ਚੱਕ ਕੇ ਉਹਨਾਂ ਨੇ ਫੈਕਟਰੀ ਜਿਹੜੀ ਹੈ ਉਹ ਬੰਗਾਲ ਦੇ ਵਿੱਚ ਹੁਗਲੀ ਸ਼ਿਫਟ ਕਰ ਦਿੱਤੀ ਸੀ। ਅਤੇ ਹੁਗਲੀ ਦੇ ਵਿੱਚ ਵੀ ਕਿਹੜਾ ਸੀ, ਬਾਲਾਸੋਰ। ਬਾਲਾਸੋਰ ਜਿਹਨੂੰ ਆਪਾਂ ਚਿੰਨਾਸੁਰ ਕਹਿੰਦੇ ਹਾਂ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਪਰ ਮੇਨ ਤੁਸੀਂ ਇਹ ਯਾਦ ਰੱਖ ਲਓ, ਚਿੰਨਾਸੁਰ ਇਹ ਹੁਗਲੀ ਦੇ ਵਿੱਚ ਇੱਕ ਪਿੰਡ ਸੀਗਾ, ਹੁਗਲੀ ਮੇਨ ਸੈਂਟਰ ਸੀਗਾ ਇਹਨਾਂ ਦਾ। ਉਸ ਤੋਂ ਬਾਅਦ ਕਹਿੰਦਾ ਜੀ ਫਰੈਂਚ ਫੇਲਡ ਟੂ ਇਸਟੈਬਲਿਸ਼ ਪਾਵਰ ਇਨ ਡੈਕਨ ਬਿਕੋਜ਼, ਕਹਿੰਦੇ ਫਰਾਂਸ ਕੰਪਨੀ ਜਿਹੜੀ ਹੈ ਉਹ ਕਿਉਂ ਨਹੀਂ ਇਸਟੈਬਲਿਸ਼ ਹੋ ਸਕੀ, ਇਹ ਫੇਲ ਕਿਉਂ ਹੋ ਗਏ। ਫਰਾਂਸ ਕੰਪਨੀ ਨੇ ਬਹੁਤ ਟੱਕਰ ਦਿੱਤੀ ਸੀ, ਲਾਸਟ ਦੇ ਵਿੱਚ ਆਏ ਸੀ ਅਤੇ ਬ੍ਰਿਟਿਸ਼ ਨੇ ਇਹਨਾਂ ਨੂੰ ਹਰਾ ਕੇ ਇੰਡੀਆ ਦੇ ਵਿੱਚ ਮੇਨ ਕੰਪਨੀ ਬਣ ਗਈ ਸੀ। ਤਾਂ ਉਹਦਾ ਮਤਲਬ ਕੀ ਸੀਗਾ, ਡੁਪਲੇਸੀ ਵਾਜ਼ ਦਾ ਨੋਟ ਏ ਕੈਪੇਬਲ ਜਨਰਲ। ਮੈਂ ਪਹਿਲਾਂ ਹੀ ਦੱਸਿਆ ਕਿ ਡੁਪਲੇਸੀ ਜਦੋਂ ਹੈਗਾ ਸੀ ਉਹ ਤੋਂ ਇਹਨਾਂ ਨੇ ਕੀ ਕੀਤਾ, ਕਾਰਨੈਟਿਕ ਦਾ ਪਹਿਲਾਂ ਲੜਾਈ ਜਿਹੜੀ ਹੈ ਜਿੱਤੀ ਸੀ ਅਤੇ ਮਦਰਾਸ 'ਤੇ ਕਬਜ਼ਾ ਵੀ ਕਰ ਲਿਆ ਸੀਗਾ। ਇੰਡੀਆ ਦੇ ਵਿੱਚ ਇਹ ਜਿੱਤ ਗਏ ਸੀ, ਬਾਹਰਲੇ ਮੁਲਕਾਂ 'ਚ ਹਾਰ ਗਏ ਸੀ, ਠੀਕ ਹੈ ਜੀ। ਅਤੇ ਜਿਸ ਕਰਕੇ ਮਦਰਾਸ ਇਹਨੂੰ ਵਾਪਸ ਦੇਣਾ ਪੈ ਗਿਆ ਸੀ। ਡੁਪਲੇਸੀ ਇੱਕ ਬਹੁਤ ਅੱਛਾ ਗਵਰਨਰ ਸੀਗਾ, ਇਹ ਆਪਸ਼ਨ ਨਹੀਂ ਹੋ ਸਕਦਾ ਇਹਦੇ ਵਿੱਚ। ਅੱਛਾ, ਉਸ ਤੋਂ ਬਾਅਦ ਕੀ ਸੀਗਾ, ਨੈਕਸਟ ਆਪਾਂ ਵੇਖ ਲੈਂਦੇ ਹਾਂ ਵੀ ਇੰਗਲਿਸ਼ ਹੈਡ ਗੋਨ ਏ ਸਟਰੋਂਗ ਆਰਮੀ। ਹਾਂ, ਇਹ ਗੱਲ ਸਹੀ ਸੀ, ਇੰਗਲਿਸ਼ ਕੋਲ ਫਰਾਂਸ ਨਾਲੋਂ ਬਹੁਤ ਵਧੀਆ ਸੈਨਾ ਸੀ। ਇਹਨਾਂ ਕੋਲ 3 ਪ੍ਰੈਜ਼ੀਡੈਂਸੀਆਂ ਸੀ, ਬੰਗਾਲ, ਬੰਬੇ ਅਤੇ ਮਦਰਾਸ, ਇਹ 3 ਫੈਕਟਰੀਆਂ ਸੀ। ਅਤੇ ਇਹਨਾਂ ਕੋਲ ਸਿਰਫ ਫਰਾਂਸ ਕੋਲ ਪੌਂਡੀਚੇਰੀ ਸੀਗਾ ਇੱਕ। ਉਸ ਤੋਂ ਬਾਅਦ ਆਉਂਦਾ ਕਿ ਫਰਾਂਸ ਵਰ ਬੀ ਨੋਟ ਲਾਈਕਡ ਬਾਈ ਦੀ ਇੰਡੀਅਨ। ਇੱਦਾਂ, ਹਾਂ ਇਹ ਗੱਲ ਗਲਤ ਹੈ, ਇੱਦਾਂ ਦੀ ਕੋਈ ਗੱਲ ਨਹੀਂ ਸੀ ਵੀ ਇੰਡੀਆ ਵਾਲੇ ਉਹਨਾਂ ਨੂੰ ਲਾਈਕ ਨਹੀਂ ਕਰਦੇ ਸੀ, ਕਿਉਂਕਿ ਇੰਡੀਆ ਦੀ ਕਾਫੀ ਸੈਨਾ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਵਿੱਚ ਵੀ ਫਰਾਂਸ ਆਫਿਸਰ ਵੇਖੇ ਗਏ ਨੇ ਹਰੇਕ, ਕਿਉਂਕਿ ਫਰਾਂਸ ਹਾਰਨ ਤੋਂ ਬਾਅਦ ਇਹ ਕੀ ਕਰਦੇ ਸੀ, ਇਹ ਸੈਨਿਕ ਸਹਾਇਤਾ ਦਿੰਦੇ ਸੀਗੇ। ਪੌਂਡੀਚੇਰੀ ਵਾਜ਼ ਇਨ ਨੋਟ ਏ ਸਟ੍ਰੈਟੇਜਿਕ ਸੈਂਟਰ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਉਹ ਵੀ ਬਹੁਤ ਇੰਪੋਰਟੈਂਟ ਸੈਂਟਰ ਸੀ, ਤਾਂ ਹੀ ਤਾਂ ਇਹਨਾਂ ਨੇ ਮਦਰਾਸ 'ਤੇ ਕਬਜ਼ਾ ਕੀਤਾ ਸੀਗਾ। ਤਾਂ ਸੈਕਿੰਡ ਜਿਹੜਾ ਆਪਸ਼ਨ ਹੈ ਇਹ ਸਹੀ ਹੈਗਾ ਇਹਦੇ ਵਿੱਚ, ਵੀ ਇਹ ਸਟਰੋਂਗ ਆਰਮੀ ਦੇ ਕਾਰਨ ਹਾਰ ਗਏ ਸੀ। ਹੁਣ ਬਹੁਤ ਕਾਰਨ ਸੀਗੇ। ਵੋਲਟੇਅਰ ਨੇ ਦੱਸਿਆ ਕਿ ਵੋਰ ਦੇ ਟਾਈਮ 'ਤੇ ਜਦੋਂ ਇਹ ਬਾਹਰ ਹਾਰ ਗਏ ਸੀ, ਇਹਨਾਂ ਕੋਲ ਨੈਵਲ ਸੈਨਾ ਜਿਹੜੀ ਸੀ ਉਹ ਬ੍ਰਿਟਿਸ਼ ਕੋਲ ਵਧੀਆ ਸੀ। ਨੈਵਲ ਸੈਨਾ ਜਿਹੜੀ ਹੈਗੀ ਸੀ, ਪਾਣੀ ਸਮੁੰਦਰੀ ਸੈਨਾ, ਇਹ ਬ੍ਰਿਟਿਸ਼ ਕੋਲ ਬਹੁਤ ਵਧੀਆ ਸੀ, ਇਹਨਾਂ ਕੋਲ ਮਦਦ ਆਉਣੀ ਬੜੀ ਸੌਖੀ ਸੀ, ਜਿਸ ਕਰਕੇ ਇਹ ਜਿੱਤ ਗਏ ਸੀ। ਉਸ ਤੋਂ ਬਾਅਦ ਆਉਂਦਾ ਕਿ ਇੰਡੀਆ ਦੇ ਵਿੱਚ ਫੋਲੋਇੰਗ ਯੂਰੋਪੀਅਨ ਪਾਵਰਸ ਐਂਟਰਡ ਇਨ ਇੰਡੀਆ ਵਨ ਟਾਈਮ ਅਨਦਰ। ਹੁਣ ਮੈਂ ਤਰਤੀਬ ਵਾਈਜ਼ ਦੱਸੀਆਂ, ਇਹ ਕੁਐਸਚਨ ਬੜਾ ਪੇਪਰ ਦੇ ਵਿੱਚ ਆਉਂਦਾ ਕਿ ਕਰੋਨੋਲੋਜੀਕਲ ਆਰਡਰ ਦੇ ਵਿੱਚ 4-5 ਕੰਪਨੀਆਂ ਜਿਹੜੀਆਂ ਨੇ ਤੁਸੀਂ ਲਗਾਉਣੀਆਂ ਨੇ, ਵੀ ਸਭ ਤੋਂ ਪਹਿਲਾਂ ਕੌਣ ਆਇਆ, ਸਭ ਤੋਂ ਲਾਸਟ ਕੌਣ ਗਿਆ, ਅਤੇ ਸਭ ਤੋਂ ਇਹ ਚੀਜ਼ਾਂ ਤੁਸੀਂ ਦੇਖਣੀਆਂ। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਮੈਂ ਹੁਣੇ ਦੱਸੂਗਾ ਤੁਹਾਨੂੰ। ਸਭ ਤੋਂ ਪਹਿਲਾਂ ਆਏ ਸੀ ਇੰਡੀਆ ਦੇ ਵਿੱਚ, ਮੈਂ ਸ਼ੁਰੂ ਤੋਂ ਜਦੋਂ ਦਾ ਪੜ੍ਹਾ ਰਿਹਾ ਤੁਹਾਨੂੰ ਦੱਸਦਾ ਆ ਰਿਹਾ ਕਿ ਪਹਿਲਾਂ ਪੁਰਤਗੀਜ਼ ਆਏ ਸੀ, ਇਹਨਾਂ ਨੂੰ ਰਿਪਲੇਸ ਕੀਤਾ ਸੀ ਡੱਚ ਨੇ। ਡੱਚ ਨੂੰ ਰਿਪਲੇਸ ਕੀਤਾ ਸੀਗਾ ਬ੍ਰਿਟਿਸ਼ ਕੰਪਨੀ ਨੇ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ, ਅਤੇ ਬ੍ਰਿਟਿਸ਼ ਨੇ ਫਰਾਂਸ ਨੂੰ ਵੀ ਰਿਪਲੇਸ ਕਰਤਾ ਸੀਗਾ। ਤਾਂ ਸਭ ਤੋਂ ਪਹਿਲਾਂ ਆਇਆ ਸੀ ਫਰਾਂਸ, ਸਭ ਤੋਂ ਪਹਿਲਾਂ ਆਏ ਸੀ ਪੁਰਤਗੀਜ਼, ਉਸ ਤੋਂ ਬਾਅਦ ਆਏ ਸੀ ਡੱਚ, ਉਸ ਤੋਂ ਬਾਅਦ ਆਏ ਸੀ ਬ੍ਰਿਟਿਸ਼, ਸਭ ਤੋਂ ਲਾਸਟ ਦੇ ਵਿੱਚ ਕੌਣ ਆਏ ਸੀ, ਫਰਾਂਸ। ਜੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਵੇ ਕਿ ਸਭ ਤੋਂ ਪਹਿਲਾਂ ਕੌਣ ਆਏ ਸੀ, ਪੁਰਤਗੀਜ਼, ਸਭ ਤੋਂ ਲਾਸਟ ਦੇ ਵਿੱਚ ਕੌਣ ਆਏ ਸੀ, ਫਰਾਂਸ, ਅਤੇ ਸਭ ਤੋਂ ਲਾਸਟ ਦੇ ਵਿੱਚ ਗਏ ਕੌਣ ਸੀ, ਤਾਂ ਵੀ ਪੁਰਤਗੀਜ਼ ਆਏਗਾ। ਪੁਰਤਗੀਜ਼ ਪਹਿਲੇ ਆਉਣ ਵਾਲੇ ਵੀ ਨੇ, ਸਭ ਤੋਂ ਲਾਸਟ ਦੇ ਵਿੱਚ ਜਾਣ ਵਾਲੇ ਨੇ, ਪਰ ਕੰਪਨੀਆਂ ਆਉਣ ਦੇ ਹਿਸਾਬ ਨਾਲ ਸਭ ਤੋਂ ਲਾਸਟ ਦੇ ਵਿੱਚ ਕੌਣ ਆਇਆ ਸੀ, ਫਿਰ ਆਏ ਸੀ ਫਰਾਂਸ, ਠੀਕ ਹੈ ਜੀ। ਇਹ ਤੁਹਾਨੂੰ ਤਰਤੀਬ ਵਾਈ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਇੱਥੇ ਆਪਸ਼ਨ ਵੇਖ ਲਓ ਬੀ ਦੇ ਵਿੱਚ ਕੀ ਹੈ ਜੀ, ਸਭ ਤੋਂ ਪਹਿਲਾਂ ਪੁਰਤਗੀਜ਼ 4 ਨੰਬਰ, ਫਿਰ 2 ਨੰਬਰ ਡੱਚ, ਉਸ ਤੋਂ ਬਾਅਦ 1 ਨੰਬਰ ਇੰਗਲਿਸ਼, ਫਿਰ ਆਏ ਫਰਾਂਸ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਕਲੀਅਰ ਹੋ ਗਿਆ ਹੋਵੇ। ਤਾਂ ਦੇਖੋ ਸਨ ਇਹਨਾਂ ਦੇ ਲਿਖੇ ਹੋਏ ਨੇ। ਪੁਰਤਗੀਜ਼ ਦੀ ਕੰਪਨੀ ਜਿਹੜੀ ਆਈ ਸੀ 1498 ਦੇ ਵਿੱਚ, ਅਤੇ ਜਿਹੜੀ ਡੱਚ ਕੰਪਨੀ ਆਈ ਸੀ ਇਹ ਸਨ 1602 ਦੇ ਵਿੱਚ। ਉਸ ਤੋਂ ਬਾਅਦ ਜਿਹੜੇ ਲੰਡਨ ਦੇ ਵਪਾਰੀ ਜਿਹੜੇ ਆਏ ਸੀ 1600 ਦੇ ਵਿੱਚ ਆਏ ਤਾਂ ਸੀਗੇ, ਪਰ ਮੇਨ ਕੰਪਨੀ ਜਦੋਂ ਇਹ ਮੇਨ ਬਣਦੀ ਜਦੋਂ ਇਹ ਆਉਂਦੇ ਨੇ ਡੱਚ ਤੋਂ ਬਾਅਦ ਹੀ, ਠੀਕ ਹੈ ਜੀ। ਅਤੇ ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਡੇਨਸ ਜਿਹੜੇ ਆਏ ਸੀ ਇਹ ਕ੍ਰਿਸਚੈਨਿਟੀ ਨੂੰ ਵੀ ਫੈਲਾਉਂਦੇ ਰਹਿ ਗਏ, ਇਹਨਾਂ ਦਾ ਕੋਈ ਐਡਾ ਦਾ ਵਜੂਦ ਨਹੀਂ ਸੀ ਇੰਡੀਆ ਦੇ ਵਿੱਚ 1600। ਅਤੇ ਉਸ ਤੋਂ ਬਾਅਦ ਆਏ ਸੀ ਸਭ ਤੋਂ ਲਾਸਟ ਦੇ ਵਿੱਚ ਫਰਾਂਸ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਕਹਿੰਦੇ ਪਏ ਨੇ ਸੈਂਟਰ ਦੱਸੋ ਕਿਹੜੀ ਕੰਪਨੀ ਦਾ ਕਿਹੜਾ ਸੈਂਟਰ ਸੀ, ਤਾਂ ਮੈਂ ਤੁਹਾਨੂੰ ਦੱਸਿਆ ਸੀਗਾ, ਜੇ ਤੁਹਾਨੂੰ ਆਪਸ਼ਨ ਦੇ ਵਿੱਚ ਦੇਖੋ ਪੁਰਤਗੀਜ਼ ਦਾ ਹੁਣੇ ਮੈਂ ਦੱਸਿਆ ਪੌਂਡੀਚੇਰੀ ਸੀਗਾ, ਪੁਰਤਗੀਜ਼ ਦਾ ਫਰਾਂਸ ਦਾ ਜਿਹੜਾ ਸੈਂਟਰ ਹੁਣੇ ਆਪਾਂ ਕਾਰਨੈਟਿਕ ਵਾਰ ਪੜ੍ਹ ਕੇ ਆਏ ਹਾਂ। ਜੇ ਤੁਹਾਨੂੰ ਫਰਾਂਸ ਦਾ ਸੈਂਟਰ ਪਤਾ ਕਿਹੜਾ, ਪੁਰਤਗੀਜ਼ ਦਾ, 2 ਦਾ ਤੁਸੀਂ ਦੇਖ ਲਓ, ਏ 'ਤੇ ਆਏਗਾ 2 ਨੰਬਰ। ਤਾਂ ਪਹਿਲੇ ਦਾ ਦੇਖੋ ਆਪਸ਼ਨ, ਚਾਰੇ ਕੋਈ ਵੀ ਹੋਰ ਦੇਖਣ ਦੀ ਲੋੜ ਨਹੀਂ ਪੈਣੀ ਸੀ। ਤਾਂ ਆਹ ਕੁਐਸਚਨ ਦੇਖ ਲਓ, ਤੁਹਾਡਾ UPSE ਦੇ ਵਿੱਚ ਆਇਆ ਹੋਇਆ, ਇਹਦਾ UPRO ਦੇ ਵਿੱਚ ਆਇਆ ਹੋਇਆ ਕੁਐਸਚਨ ਹੈ। ਤਾਂ ਫਿਰ ਵੀ ਆਪਾਂ ਸਾਰਾ ਪੜ੍ਹ ਲੈਂਦੇ ਹਾਂ। ਦੇਖੋ ਜਿਹੜਾ ਪੌਂਡੀਚੇਰੀ ਸੀਗਾ ਇਹ ਫਰਾਂਸ ਦਾ ਸੀਗਾ, ਅਤੇ ਉਸ ਤੋਂ ਬਾਅਦ ਜਿਹੜਾ ਗੋਆ ਸੀਗਾ ਇਹ ਪੁਰਤਗੀਜ਼ ਦਾ ਸੀਗਾ, ਠੀਕ ਹੈ ਜੀ। ਅਤੇ ਟਰੈਂਕੋਬਾਰ ਜਿਹੜਾ ਸੀ ਇਹ ਡੱਚ ਕੰਪਨੀ ਦਾ ਸੀ, ਅਤੇ ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਡੀ ਸੀਗਾ ਇਹ
ਨਹੀਂ ਸੈਡਰਸ ਜਿਹੜਾ ਸੀਗਾ ਇਹ ਡੱਚ ਕੰਪਨੀ ਦਾ ਸੀ ਅਤੇ ਡੈਨਿਸ਼ ਦਾ ਸੀਗਾ ਟਵੈਂਕੋ ਬਾਰ। ਇਹ ਕੁਐਸਚਨ ਨਾ ਤੁਹਾਡਾ ਇਹਦੇ ਵਿੱਚ ਆਇਆ ਸੀ ਮਾਸਟਰ ਕੈਡਰ ਦੇ ਵਿੱਚ, ਮੇ ਬੀ ਆਹ ਕੁਐਸਚਨ ਆਇਆ ਹੋਇਆ ਤੁਸੀਂ ਡੈਨਿਸ਼ ਕੰਪਨੀ ਦਾ ਇਹ ਦੱਸੋ ਵੀ ਟਵੈਂਕੋ ਬਾਰ ਦੇ ਵਿੱਚ ਫੈਕਟਰੀ ਕਿੱਥੇ ਸੀ, ਇਹ ਪੁੱਛਿਆ ਹੋਇਆ ਕੁਐਸਚਨ ਹੈ, ਇਹ ਧਿਆਨ ਰੱਖ ਲੈਣਾ ਥੋੜ੍ਹਾ ਜਿਹਾ। ਠੀਕ ਹੈ ਜੀ, ਇੱਥੇ ਦੱਸਿਆ ਹੋਇਆ ਦੇਖ ਲਓ, ਪੌਂਡੀਚੇਰੀ ਸੀਗਾ ਫਰਾਂਸ ਦਾ, ਗੋਆ ਦਾ ਪੁਰਤਗੀਜ਼, ਟਰੈਂਕੋ ਬਾਰ ਦਾ ਡੈਨਿਸ਼, ਸੈਡਰਸ ਦਾ ਡੱਚ ਕੰਪਨੀ। ਉਸ ਤੋਂ ਬਾਅਦ ਆਉਂਦਾ ਆਈਡੈਂਟੀਫਾਈ ਦਾ ਰੀਜ਼ਨ ਫਰੋਮ ਵੇਅਰ ਯੂਰੋਪੀਅਨ ਗੋਟ ਦਾ ਪੈਸਟ ਸ਼ੋਰਾ ਸੈਲ ਪੀਟਰ ਐਂਡ ਓਪੀਅਮ। ਦੇਖੋ ਇੰਡੀਆ ਦੇ ਵਿੱਚ ਗਰਮ ਮਸਾਲਿਆਂ ਦਾ ਅਤੇ ਓਪੀਅਮ ਜਿਹੜਾ ਹੁੰਦਾ ਸੀ ਅਫੀਮ ਦੀ ਜਿਹੜੀ ਖੇਤੀ ਸੀ, ਇਹ ਚਾਈਨਾ ਤੋਂ ਚਾਏ ਜਿਹੜੀ ਹੁੰਦੀ ਸੀ ਟੀ ਲੈਣ ਵਾਸਤੇ ਇੰਡੀਆ ਦੇ ਵਿੱਚ ਓਪੀਅਮ ਜਿਹੜਾ ਸੀ ਇਹ ਚਾਈਨਾ ਐਕਸਪੋਰਟ ਕੀਤਾ ਜਾਂਦਾ ਸੀ ਕੰਪਨੀ ਵੱਲੋਂ ਲੈ ਕੇ। ਇੰਡੀਆ ਦੇ ਵਿੱਚ ਕੰਪਨੀ ਨੂੰ ਜਿਹੜਾ ਓਪੀਅਮ ਹੈ ਅਫੀਮ ਦੀ ਖੇਤੀ ਹੈ ਸਭ ਤੋਂ ਜ਼ਿਆਦਾ ਕਿੱਥੋਂ ਮਿਲਦਾ ਸੀ, ਉਹ ਏਰੀਆ ਕਿਹੜਾ ਸੀ, ਬਿਹਾਰ ਦਾ ਏਰੀਆ ਜਿਹੜਾ ਸੀ ਇਹ ਇਸ ਵਾਸਤੇ ਫੇਮਸ ਸੀਗਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਉਂਦਾ ਕਿ ਬ੍ਰਿਟਿਸ਼ ਡਿਊਰਿੰਗ ਬ੍ਰਿਟਿਸ਼ ਰੂਲ ਰੀਜ਼ਨ ਦੀ ਫੇਮਸ ਪ੍ਰੋਡਕਸ਼ਨ ਆਫ ਦਾ ਓਪੀਅਮ, ਇਹ ਵਾਰ ਉਹੀ ਕੁਐਸਚਨ ਹੈ, ਬਿਹਾਰ ਆਇਆ ਸੀਗਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਹੂ ਅਮੰਗ ਦਾ ਫੋਲੋਇੰਗ ਯੂਰੋਪੀਅਨ ਦੀ ਲਾਸਟ ਟੂ ਪ੍ਰੀ ਇੰਡੀਪੈਂਡੈਂਸ ਇੰਡੀਆ ਐਜ਼ ਏ ਟਰੇਡਰ। ਇੰਡੀਆ ਦੇ ਵਿੱਚ ਆਜ਼ਾਦ ਹੋਣ ਤੋਂ ਪਹਿਲਾਂ ਇੰਡੀਆ ਦੀ ਸਭ ਤੋਂ ਲਾਸਟ ਕੰਪਨੀ ਕਿਹੜੀ ਆਈ ਸੀ ਜੋ ਐਜ਼ ਏ ਟਰੇਡਰ ਆਏ ਸੀ ਇੰਡੀਆ ਦੇ ਵਿੱਚ। ਮੈਂ ਹੁਣ ਹੀ ਦੱਸਿਆ ਸੀਗਾ ਫਰਾਂਸ ਸਭ ਤੋਂ ਲਾਸਟ ਦੇ ਵਿੱਚ ਆਏ ਸੀਗੇ। ਆਈ ਹੋਪ ਕਿ ਤੁਹਾਨੂੰ ਆਹ ਸਾਰਾ ਕੁਐਸਚਨ ਕਵਰ ਹੋ ਗਏ ਹੋਣੇ। ਉਸ ਤੋਂ ਬਾਅਦ ਆਉਂਦਾ ਕਿ ਇੰਡੀਆ ਦੇ ਵਿੱਚ ਲਿਖੋ 50 ਨੰਬਰ ਕੁਐਸਚਨ ਆਪਣਾ, ਅਸੈਸਮੈਂਟ ਆਫ ਦਾ ਲੈਂਡ ਰੈਵਨਿਊ ਸਿਸਟਮ ਆਫ ਦਾ ਬੇਸਿਸ ਆਫ ਦਾ ਨੇਚਰ ਸੋਇਲ ਐਂਡ ਕੁਆਲਿਟੀ ਆਫ ਦਾ ਕ੍ਰੋਪਸ। ਕਹਿੰਦੇ ਪਏ ਨੇ ਵੀ ਇੰਗਲਿਸ਼ ਨੇ ਇੰਡੀਆ ਦੇ ਵਿੱਚ ਕਿਹੜੇ ਸਿਸਟਮ ਇੰਟਰੋਡਿਊਸ ਕੀਤੇ ਸੀ, ਕਿਉਂਕਿ ਸਭ ਤੋਂ ਲਾਸਟ ਦੇ ਵਿੱਚ ਕੰਪਨੀ ਕਿਹੜੀ ਸੁਪਰ ਬਣ ਗਈ ਸੀ ਇੰਡੀਆ ਦੇ ਵਿੱਚ, ਬ੍ਰਿਟਿਸ਼। ਅਤੇ ਬ੍ਰਿਟਿਸ਼ ਨੇ ਸਾਡੇ ਉੱਪਰ 200 ਸਾਲ ਰਾਜ ਕੀਤਾ। ਉਹਨਾਂ ਦੇ ਆਧਾਰ 'ਤੇ ਇੰਡੀਆ ਦੇ ਵਿੱਚ ਉਹਨਾਂ ਨੇ ਕੀ ਚੀਜ਼ਾਂ ਇੰਟਰੋਡਿਊਸ ਕੀਤੀਆਂ ਨੇ, ਤਾਂ ਕੀ ਇਹਨਾਂ ਨੇ ਅਸੈਸਮੈਂਟ ਕਰਨੀ ਦੱਸੀ ਸੀ ਸਾਨੂੰ ਲੈਂਡ ਰੈਵਨਿਊ ਸਿਸਟਮ ਔਨ ਦਾ ਬੇਸਿਸ ਆਫ ਨੇਚਰ, ਕਿ ਧਰਤੀ ਕਿੱਦਾਂ ਦੀ ਜ਼ਮੀਨ ਹੈ ਉਸ ਦੇ ਉੱਪਰ ਕਿਸ ਤਰ੍ਹਾਂ ਦਾ ਟੈਕਸ ਲੱਗੇਗਾ, ਕਿ ਇਹ ਸਾਨੂੰ ਇਹਨਾਂ ਨੇ ਦੱਸਿਆ ਸੀਗਾ ਕੁਆਲਿਟੀ ਕਰੋਪ ਦੇ ਹਿਸਾਬ ਨਾਲ। ਨਹੀਂ ਜੀ, ਇਹ ਗੱਲ ਇਹਨਾਂ ਨੇ ਨਹੀਂ ਦੱਸੀ ਸੀ। ਇਸ ਤੋਂ ਪਹਿਲਾਂ ਦੇਖੋ ਜੀ ਅਕਬਰ ਦਾ ਰੂਲ ਹੋਇਆ ਹੈ, ਅਕਬਰ ਨੇ ਸ਼ੇਰਸ਼ਾਹ ਸੂਰੀ ਨੇ ਇਸ ਤਰ੍ਹਾਂ ਦੇ ਸਾਨੂੰ ਜ਼ਬਤੀ ਸਿਸਟਮ ਜਿਹੜੇ ਆ ਬਟਾਈ ਸਿਸਟਮ ਵਗੈਰਾ ਜਿਹੜੇ ਕਿੱਦਾਂ ਦੀ ਫਸਲ ਹੁੰਦੀ ਹੈ ਉਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਉਹ ਪਹਿਲਾਂ ਹੀ ਲਾਗੂ ਹੋ ਚੁੱਕਿਆ ਸੀਗਾ ਅਕਬਰ ਦੇ ਟਾਈਮ 'ਤੇ ਹੀ। ਅਤੇ ਬ੍ਰਿਟਿਸ਼ ਨੇ ਤਾਂ ਸਿਰਫ ਉਹਨਾਂ 'ਤੇ ਟੈਕਸ ਦੇ ਅਕੋਰਡਿੰਗ ਉਹਨਾਂ ਨੂੰ ਸਿਸਟਮ ਜਿਵੇਂ ਜਿੱਤਦੇ ਗਏ ਸੀ ਉਸ ਟਾਈਮ ਦੇ ਉਹਨਾਂ ਨੇ ਟੈਕਸ ਇਕੱਠਾ ਕਰਨ ਦਾ ਤਰੀਕਾ ਜਿਹੜਾ ਹੈ ਉਹ ਲਗਾਇਆ ਸੀਗਾ। ਠੀਕ ਹੈ ਜੀ, ਇਸ ਤਰ੍ਹਾਂ ਇਹ ਬ੍ਰਿਟਿਸ਼ ਨੇ ਇਹ ਚੀਜ਼ ਇੰਟਰੋਡਿਊਸ ਨਹੀਂ ਕੀਤੀ ਵੀ ਜ਼ਮੀਨ ਵੇਖ ਕੇ ਉਸ ਹਿਸਾਬ ਨਾਲ ਉਹ ਲਿਆ ਜਾਊਗਾ ਟੈਕਸ, ਉਹ ਨਹੀਂ ਸੀਗਾ। ਯੂਜ਼ ਆਫ ਦਾ ਮੋਬਾਈਲ ਕੈਨਨ ਔਨ ਦਾ ਵਾਰਫੇਅਰ। ਦੇਖੋ ਮੋਬਾਈਲ ਕੈਨਨ ਤਾਂ ਜਿਹੜੇ ਕੈਨਨ ਫੈਕਟਰੀਆਂ ਹੁੰਦੀਆਂ ਤੋਪ ਦੇ ਕਾਰਖਾਨੇ ਜਿਹੜੇ ਹੁੰਦੇ ਸੀ ਇਹ ਕੋਈ ਹੁਣ ਦੇ ਨਹੀਂ ਹੈਗੇ ਨੇ। ਤੋਪ ਦੇ ਤੁਹਾਨੂੰ ਪਤਾ ਹੋਏਗਾ ਬਾਬਰ ਨੇ ਇੰਡੀਆ ਦੇ ਵਿੱਚ ਤੋਪ ਯੂਜ਼ ਕੀਤੀਆਂ ਸੀ ਇਬਰਾਹਿਮ ਲੋਧੀ ਦੇ ਟਾਈਮ 1526 ਦੇ ਨੇੜੇ ਤੇੜੇ। ਤਾਂ ਤੁਸੀਂ ਆਪ ਹਿਸਾਬ ਲਾ ਲਓ ਬਾਬਰ ਦੇ ਮੁਗਲ ਦੇ ਟਾਈਮ 'ਤੇ ਹੀ ਤੋਪ ਆ ਗਈਆਂ ਸੀ ਇੰਡੀਆ ਦੇ ਵਿੱਚ, ਤਾਂ ਇਹਨਾਂ ਨੇ ਬ੍ਰਿਟਿਸ਼ ਨੇ ਇੰਟਰੋਡਿਊਸ ਨਹੀਂ ਕੀਤਾ ਸੀ ਇਹਨੂੰ, ਇਹ ਵੀ ਗਲਤ ਪੁਆਇੰਟ ਹੈ। ਉਸ ਤੋਂ ਬਾਅਦ ਕਲਟੀਵੇਸ਼ਨ ਆਫ ਦਾ ਤੰਬਾਕੂ ਦੇ ਰੈੱਡ ਚਿਲੀ, ਜਿਹੜੀ ਰੈੱਡ ਲਾਲ ਮਿਰਚਾਂ ਹੁੰਦੀਆਂ ਨੇ ਜਾਂ ਤੰਬਾਕੂ ਜਿਹੜਾ ਹੈ ਉਹ ਇੰਡੀਆ ਦੇ ਵਿੱਚ ਪੁਰਤਗੀਜ਼ ਲੈ ਕੇ ਆਏ ਸੀ ਇੰਡੀਆ ਦੇ ਵਿੱਚ। ਇਸ ਦੀ ਖੇਤੀ ਪੁਰਤਗੀਜ਼ ਨੇ ਕਰਨੀ ਦੱਸੀ ਹੈ, ਇਹਦੇ 'ਚ ਇੰਗਲਿਸ਼ ਦਾ ਕੋਈ ਲੈਣਾ ਦੇਣਾ ਨਹੀਂ ਹੈ। ਆਈ ਹੋਪ ਕਿ ਇਹ ਤਿੰਨੇ ਕੁਐਸਚਨ ਜਿਹੜੀਆਂ ਸਟੇਟਮੈਂਟਾਂ ਨੇ ਇਹ ਗਲਤ ਨੇ, ਅਤੇ ਇਹਦੇ ਆਧਾਰ 'ਤੇ ਜਿਹੜਾ ਆਪਣਾ ਆਨਸਰ ਬਣਦਾ ਹੈ ਉਹ ਬਣੇਗਾ ਜੀ ਨਨ ਆਫ ਦੀ ਅਬਵ। ਠੀਕ ਹੈ, ਡੀ ਆਪਸ਼ਨ ਬਣੂਗਾ। ਆਈ ਹੋਪ ਕਿ ਤੁਹਾਨੂੰ ਮੈਂ ਦੱਸ ਹੀ ਦਿੱਤਾ। ਅਤੇ ਉਸ ਤੋਂ ਬਾਅਦ ਆ ਜਾਓ ਜੀ with the reference of the cause of the success of the British and failure of the French। ਬ੍ਰਿਟਿਸ਼ ਦਾ ਸਕਸੈਸ ਹੋਣਾ ਅਤੇ ਫਰਾਂਸ ਦਾ ਫੇਲ ਹੋਣਾ, ਇਹ ਇਹਦੇ ਆਧਾਰ 'ਤੇ ਕੁਛ ਸਟੇਟਮੈਂਟਾਂ ਦਿੱਤੀਆਂ ਨੇ ਜਿਹਦੇ ਵਿੱਚ ਸਹੀ ਸਟੇਟਮੈਂਟ ਦੱਸਣੀ ਕਿਹੜੀ ਹੈ। ਕਹਿੰਦੇ ਪਏ ਨੇ ਜੀ ਗੈਟਿੰਗ ਹਿਊਜ ਵੈਲਥ ਔਰ ਮੈਨ ਪਾਵਰ ਫਰੋਮ ਦਾ ਕਨਕੁਐਸਟ ਆਫ ਦਾ ਬੰਗਾਲ ਬਾਏ ਦਾ ਬ੍ਰਿਟਿਸ਼। ਜਦੋਂ ਬ੍ਰਿਟਿਸ਼ ਨੇ ਬੰਗਾਲ ਨੂੰ ਜਿੱਤਿਆ ਸੀ, ਤੁਹਾਨੂੰ ਪਤਾ ਇੰਡੀਆ ਦਾ ਸਭ ਤੋਂ ਸਮਰਿੱਧ ਸੂਬਾ ਕਿਹੜਾ ਹੁੰਦਾ ਸੀ, ਬੰਗਾਲ। ਅਤੇ ਬੰਗਾਲ ਤੋਂ ਜਿੱਤਣ ਤੋਂ ਬਾਅਦ ਸਭ ਤੋਂ ਜ਼ਿਆਦਾ ਪੈਸੇ ਮਿਲੇ ਸੀ ਇਹਨਾਂ ਨੂੰ, ਵੈਲਥ ਮਿਲੀ ਸੀ ਬ੍ਰਿਟਿਸ਼ ਨੂੰ, ਅਤੇ ਮੈਨ ਪਾਵਰ ਸੈਨਾ ਵੀ ਮਿਲ ਗਈ ਸੀ। ਇਹ ਗੱਲ ਸਹੀ ਹੈ ਜੀ, ਇਹਨਾਂ ਨੂੰ ਇਹ ਪੁਆਇੰਟ ਬਿਲਕੁਲ ਸਹੀ ਹੈ ਇਹਨਾਂ ਦਾ। ਉਸ ਤੋਂ ਬਾਅਦ ਨੈਵਲ ਸੁਪੀਰੀਅਰਿਟੀ ਆਫ ਦਾ ਬ੍ਰਿਟਿਸ਼, ਜਿਹੜੀ ਨੈਵਲ ਦੀ ਸੈਨਾ ਸੀ ਬ੍ਰਿਟਿਸ਼ ਦੀ, ਜਿਹੜੀ ਨਾਵਲ ਸੈਨਾ ਸੀ ਇਹ ਬੜੀ ਹੀ ਸਟਰੋਂਗੈਸਟ ਸੀ ਸਾਰੀ ਕੰਪਨੀਆਂ ਨਾਲੋਂ, ਜਿਸ ਕਰਕੇ ਵੀ ਇਹਨਾਂ ਨੂੰ ਇਹ ਐਜ ਸੀਗਾ ਤਾਂ ਵੀ ਇਹ ਜਿੱਤੇ ਸੀਗੇ। ਤਾਂ ਇਹ ਸਟੇਟਮੈਂਟ ਜੀ ਤੁਹਾਡੀਆਂ ਦੋਨੇ ਸਹੀ ਨੇ। ਆਈ ਹੋਪ ਕਿ ਤੁਹਾਨੂੰ ਆਹ ਕੁਐਸਚਨ ਵੀ ਕਵਰ ਹੋ ਗਿਆ ਤੁਹਾਡਾ। ਅਤੇ ਆਪਣਾ ਦੇਖੋ ਜੀ ਹੁਣ ਨੈਕਸਟ ਤੋਂ ਬਾਅਦ ਆ ਗਿਆ ਨਵਾਬ ਦੇ ਨਾਲ ਜਿਹੜੀ ਲੜਾਈਆਂ ਹੁੰਦੀਆਂ ਨੇ ਉਹਨਾਂ ਦੇ ਬਾਰੇ। ਈਸਟ ਇੰਡੀਆ ਕੰਪਨੀ ਦੀ ਬ੍ਰਿਟਿਸ਼ ਨੇ ਦੇਖੋ ਇੰਡੀਆ ਲਗਭਗ ਜਿੱਤ ਲਿਆ, ਕੰਪਨੀਆਂ ਨੂੰ ਸਾਰਿਆਂ ਨੂੰ ਹਰਾਤਾ। ਹੁਣ ਬੰਗਾਲ ਦੇ ਵਿੱਚ ਇਹਨਾਂ ਦਾ ਕੀ ਸਿਸਟਮ ਚੱਲ ਰਿਹਾ ਸੀ ਉਹਦੇ ਬਾਰੇ ਜਿਹੜੇ ਕੁਐਸਚਨ ਨੇ ਉਹ ਹੁਣ ਆਪਾਂ ਪਾਰਟ 5 ਤੋਂ ਸਟਾਰਟ ਕਰਾਂਗੇ।
आई होप कि ਤੁਹਾਨੂੰ ਸਾਰੇ ਕੁਐਸਚਨ ਜਿਹੜੇ 50 ਨੇ ਐਡਵੈਂਟ ਆਫ ਯੂਰੋਪੀਅਨ ਥਿਊਰੀ ਦੇ ਨਾਲ ਸਾਰੇ ਕਵਰ ਹੋ ਗਏ ਨੇ। ਅਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਜੀ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।